गठजोड़ की तैयारी कर रहे हो या 117 ਤੇ ਤੁਸੀਂ ਵੀ ਲੜੋਗੇ? देखो ਅਸੀਂ ਸਾਡਾ ਤਾਂ ਸਮਝੌਤਾ ਹੀ ਹੋਏਗਾ, ਚਾਹੇ ਕੋਈ ਕੁਛ ਕਹੀ ਜਾਵੇ। ਤੇ ਸਾਡੀ ਤਕਰੀਬਨ ਗੱਲ ਬੀਜੇਪੀ ਨਾਲ ਸਾਡਾ ਸਮਝੌਤੇ ਹੋਣ ਦੇ ਚਾਂਸ ਹੈਗੇ। ਬੀਜੇਪੀ ਵਿਰੋਧੀ ਨਹੀਂ, ਸ਼ਾਇਦ ਹੁਣ ਬੀਜੇਪੀ ਵਾਲਿਆਂ ਨੂੰ ਵੀ ਮੇਰਾ ਸਵਾਲ ਪੁੱਛਣਾ ਥੋੜਾ ਮਾੜਾ ਲੱਗੇ ਤੇ ਗਠਜੋੜ ਕਰਨ ਵਾਲਿਆਂ ਨੂੰ ਵੀ। ਜੇ ਕੋਈ ਸਿੱਖ ਮੰਗਾ ਮੰਨ ਸਕਦਾ ਹੈ ਜਾਂ ਸਿੱਖਾਂ ਦੀ ਕੋਈ ਗੱਲ ਕਰ ਸਕਦਾ ਹੈ ਤਾਂ ਇਸ ਵਕਤ ਉਹ ਬੀਜੇਪੀ ਹੀ ਹੈ। ਖੇਤੀਬਾੜੀ ਕਾਨੂੰਨ ਵਾਪਸ ਲੈ ਲਏ ਜਾਂ ਕਰਤਾਰਪੁਰ ਕੋਰੀਡੋਰ ਲਾਂਘਾ ਖੋਲਤਾ, ਇਸ ਕਰਕੇ ਕਿਸੇ ਤੇ ਜਿੰਨਾ ਚਿਰ ਸਾਬਤ ਨਾ ਹੋ ਜਾਏ ਉਹਦੇ ਇਲਜ਼ਾਮ ਲਾਉਣਾ ਬਿਲਕੁਲ ਗਲਤ ਹੈ। ਕਿਸੇ ਤੇ ਵੀ ਗਲਤ ਲਾਉਣਾ। ਕਈ ਗੱਲਾਂ ਸਿੱਧੂ ਸਾਹਿਬ ਦੀ ਬਹੁਤ ਠੀਕ ਨੇ। ਜੰਮੂ ਕਸ਼ਮੀਰ 'ਚ PDP, ਮਹਾਰਾਸ਼ਟਰ, ਉਸ ਤੋਂ ਬਾਅਦ ਪੰਜਾਬ, ਸ਼੍ਰੋਮਣੀ ਅਕਾਲੀ ਦਲ। ਕੀ ਕੈਪਟਨ ਸਾਹਿਬ ਨੇ ਗੱਠਜੋੜ ਕਰ ਲਿਆ ਕਿ ਤੁਹਾਨੂੰ ਲੱਗਦਾ ਕਿ ਇਹ ਰਿਸ਼ਤਾ ਨਿਭ ਜਾਏਗਾ? ਦੇਖੋ ਇਹ ਤਾਂ ਵਕਤ ਦੀਆਂ ਗੱਲਾਂ ਦੇ ਤਾਂ ਵਕਤ ਦੱਸੇਗਾ। ਤੇ ਢੀਂਡਸਾ ਸਾਹਿਬ ਆਮ ਆਦਮੀ ਕੌਣ? ਇਹ ਫੈਸਲਾ ਕਰਨਾ ਲੋਕਾਂ ਨੇ ਇਲੈਕਸ਼ਨ ਦੇ। ਸਰਕਾਰ ਇੱਕ ਪਾਰਟੀ ਦੀ ਕਿਸੇ ਦਿਨ ਬਣਦੀ। ਇਹ ਮੈਂ ਅੱਜ ਵੀ ਕਹਿਣਾ, ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ, ਇੱਕ ਪਾਰਟੀ ਦੀ ਸਰਕਾਰ ਨਹੀਂ ਬਣੇਗੀ। ਯਾਨੀ ਬਹੁਮਤ ਆਣਾ ਔਖਾ, ਮੁਸ਼ਕਿਲ ਲੱਗਦਾ ਹੈ। ਤੁਸੀਂ ਦੇਖ ਰਹੇ ਹੋ ਜਗਬਾਣੀ TV। ਮੈਂ ਸੁਨੀਲ ਕੁਮਾਰ ਗੱਲ ਕਰਾਂਗਾ ਪੰਜਾਬ ਦੀ ਸਿਆਸਤ ਤੇ ਵਰਤਮਾਨ ਦੀ ਜੋ ਬਲੇਮ ਗੇਮ ਚੱਲ ਰਹੀ ਹੈ ਇੱਕ ਦੂਜੇ ਦੇ ਬਾਰੇ। ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਰਾਜ ਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ। ਤੇ ਢੀਂਡਸਾ ਸਾਹਿਬ ਬਹੁਤ ਸਵਾਗਤ। ਬਹੁਤ ਮਿਹਰਬਾਨੀ, ਥੈਂਕ ਯੂ। ਢੀਂਡਸਾ ਸਾਹਿਬ, ਇੱਕ ਪਾਸੇ ਬਲੇਮ ਗੇਮ, ਕੋਈ ਵੀ ਟੌਪਿਕ ਹੋਵੇ, ਕੋਈ ਵੀ ਇਸ਼ੂ ਹੋਵੇ, ਦੂਜੇ ਪਾਸੇ ਸਮਝ ਨਹੀਂ ਆ ਰਹੀ 2017 ਦੀਆਂ ਚੋਣਾਂ ਸੀ, ਕਿਹਾ ਜਾ ਰਿਹਾ ਟਰਾਇੰਗਲ ਫਾਈਟ ਆ, 3 ਪਾਰਟੀਆਂ ਸੀਗੀਆਂ। ਹੁਣ ਕਿਸਾਨਾਂ ਨੇ ਵੀ ਆਪਣੀ ਪਾਰਟੀ ਬਣਾਤੀ, ਬੀਜੇਪੀ ਵੀ ਅਲੱਗ ਹੋ ਗਈ। ਇਸ ਵੇਲੇ ਤੁਸੀਂ ਵੀ ਆਪਣਾ ਗੱਠਜੋੜ ਦੀ ਤਿਆਰੀ ਕਰ ਰਹੇ ਹੋ ਜਾਂ 117 ਤੇ ਤੁਸੀਂ ਵੀ ਲੜੋਗੇ? ਦੇਖੋ ਸਾਡਾ ਤਾਂ ਸਮਝੌਤਾ ਹੀ ਹੋਏਗਾ ਜੀ। ਸਾਡਾ ਇਸ਼ੂ ਇਕੱਲਾ ਪੰਜਾਬ ਦਾ ਹੀ ਨਹੀਂ, ਇਕੱਲਾ ਸਿੱਖਾਂ ਦਾ ਵੀ ਹੈ। ਕਿਉਂਕਿ ਬਾਦਲ ਦਲ ਨੇ ਜੋ ਪੰਥਕ ਸਿਧਾਂਤ ਹੀ ਛੱਡ ਦਿੱਤਾ ਜੀ, ਤੇ ਅਸੀਂ ਪੰਥ ਏਜੰਡੇ ਨੂੰ ਲੈ ਕੇ ਤੁਰੇ ਹੋਏ ਹਾਂ ਜੀ। ਇਸ ਕਰਕੇ ਅਸੀਂ ਦੇਖਿਆ ਸਾਰਾ ਕੁਛ ਕਿ ਇਲੈਕਸ਼ਨਾਂ 'ਚ ਤੁਹਾਡਾ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ ਜੀ। ਇਸ ਕਰਕੇ ਮਨ ਬਣਾਇਆ। ਕੱਲ੍ਹ ਵੀ ਅਸੀਂ ਪਾਰਟੀ ਦੀ ਮੀਟਿੰਗ ਕੀਤੀ। ਮੈਂ ਪਾਰਟੀ ਤੋਂ, ਡੈਮੋਕ੍ਰੈਟਿਕ ਪਾਰਟੀ ਹੈ ਸਾਡੀ, ਅਸੀਂ ਪਾਰਟੀ ਤੋਂ ਪੁੱਛ ਕੇ ਹੀ ਫੈਸਲਾ। ਉਹਨਾਂ ਨੇ ਕੱਲ੍ਹ ਫੇਰ ਅਥੋਰਾਈਜ਼ ਮੈਨੂੰ ਕੀਤਾ ਕਿ ਤੁਸੀਂ ਜੋ ਮਰਜ਼ੀ ਕਰੋ। ਅਤੇ ਸਾਡੀ ਤਕਰੀਬਨ ਗੱਲ ਬੀਜੇਪੀ ਨਾਲ ਸਾਡਾ ਸਮਝੌਤੇ ਹੋਣ ਦੇ ਚਾਂਸ ਹੈਗੇ ਨੇ ਜੀ। ਯਾਨੀ ਇਸ ਵੇਲੇ ਦਾ ਜਗਬਾਣੀ ਤੇ ਇਹ ਵੱਡੀ ਖਬਰ ਮੰਨ ਲਈਏ ਕਿ ਬੀਜੇਪੀ ਨਾਲ ਤੁਸੀਂ ਗੱਠਜੋੜ ਕਰੋਗੇ। ਸਾਡਾ ਆਸਾਰ ਬਣ ਗਏ ਨੇ ਜੀ। ਕਿਉਂਕਿ ਇਹਦਾ ਕਾਰਨ ਇਹ ਹੈ ਕਿ ਜੇ ਕੋਈ ਸਿੱਖ ਮੰਗਾ ਮੰਨ ਸਕਦਾ ਹੈ ਜਾਂ ਸਿੱਖਾਂ ਦੀ ਕੋਈ ਗੱਲ ਕਰ ਸਕਦਾ ਹੈ ਤਾਂ ਇਸ ਵਕਤ ਉਹ ਬੀਜੇਪੀ ਹੀ ਹੈ। ਕਿ ਕਿਸਾਨ ਅੰਦੋਲਨ ਜਿਹੜਾ ਹੋਇਆ ਜਾਂ ਖੇਤੀਬਾੜੀ ਕਾਨੂੰਨ ਵਾਪਸ ਲੈ ਲਏ ਜਾਂ ਕਰਤਾਰਪੁਰ ਕੋਰੀਡੋਰ ਲਾਂਘਾ ਖੋਲਤਾ, ਇਸ ਕਰਕੇ ਨਹੀਂ। ਉਹਨਾਂ ਇਸ ਤੋਂ ਇਲਾਵਾ ਵੀ ਨਾ, ਦੇਖੋ ਜਿੰਨਾ ਚਿਰ ਕਿਸਾਨਾਂ ਦਾ ਮੋਰਚਾ ਚੱਲਦਾ ਰਿਹਾ, ਸਭ ਤੋਂ ਵੱਧ ਅਸੀਂ ਉਹਦੇ ਡਟ ਕੇ ਪੋਲੀਟੀਕਲੀ, ਉਹਨਾਂ ਨੇ ਕਹਿਤਾ ਬੰਦ ਕਰ ਦਿਓ, ਅਸੀਂ ਪੋਲੀਟੀਕਲ ਐਕਟੀਵਿਟੀਜ਼ ਬੰਦ ਕਰ ਦਿੱਤੀਆਂ। ਔਰ ਸਭ ਤੋਂ ਪਹਿਲਾਂ ਮੈਂ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਠੋਕ ਕੇ ਕਿ ਪ੍ਰਧਾਨ ਮੰਤਰੀ ਜੀ ਇਹ ਗਲਤ ਹੈ, ਕਿਸਾਨਾਂ ਦੇ ਖਿਲਾਫ ਹੈ, ਇਹ ਆਰਡੀਨੈਂਸ ਵਾਪਸ ਹੋਣੇ ਚਾਹੀਦੇ। ਫਿਰ ਜਿਵੇਂ ਵੀ ਕਿਸਾਨਾਂ ਨੇ ਕਿਹਾ ਸੀ ਉਸ ਤਰ੍ਹਾਂ ਮੈਂ ਆਪਣਾ ਪਦਮ ਭੂਸ਼ਣ ਦਾ ਅਵਾਰਡ ਵੀ ਵਾਪਸ ਕੀਤਾ। ਜਿਨ੍ਹਾਂ ਤੇਰੇ ਵਾਪਸ ਨਹੀਂ ਹੋਏ, ਸਾਡੀ ਬੀਜੇਪੀ ਨਾਲ ਕੋਈ ਗੱਲਬਾਤ ਨਹੀਂ ਸੀ, ਚਾਹੇ ਕੋਈ ਕੁਛ ਕਹੀ ਜਾਵੇ। ਅਤੇ ਜੇਕਰ ਉਹ ਜਦੋਂ ਹੋ ਗਏ, ਵਾਪਸ ਹੋ ਗਏ, ਹੁਣ ਕਿਸਾਨ ਵੀ ਆਪਦਾ ਇਲੈਕਸ਼ਨ ਲੜਨ ਨੂੰ ਤਿਆਰ ਹੋ ਗਏ। ਔਰ ਉਹ ਆਪਣੇ ਕਿਸਾਨਾਂ ਨੇ ਕਿਹਾ ਵੀ ਅਸੀਂ 22 ਦੇ 22 ਜਥੇਬੰਦੀਆਂ 22 ਹੁਣ ਨੇ, 3 ਕਹਿੰਦੇ ਹੋਰ ਆਉਣਗੀਆਂ। ਚਲੋ ਉਹ ਤਾਂ ਹਰੇਕ ਨੂੰ ਹੱਕ ਹੈ। ਅਤੇ ਇਸ ਕਰਕੇ ਹੁਣ ਸਾਡਾ ਵੀ ਹੈ ਕਿ ਸਾਡਾ ਇਲੈਕਸ਼ਨ ਵਿੱਚ, ਕਿਉਂਕਿ ਸਾਡਾ ਮਕਸਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਗੜਾ ਹੋ ਕੇ ਅਗਲੀ ਵਾਰੀ ਸ਼੍ਰੋਮਣੀ ਕਮੇਟੀ ਵੀ ਜਿੱਤੇਗਾ। ਅੱਛਾ। ਤੇ ਨਹੀਂ, ਮੈਂ ਬੀਜੇਪੀ ਵਿਰੋਧੀ ਨਹੀਂ, ਸ਼ਾਇਦ ਹੁਣ ਬੀਜੇਪੀ ਵਾਲਿਆਂ ਨੂੰ ਵੀ ਮੇਰਾ ਸਵਾਲ ਪੁੱਛਣਾ ਥੋੜਾ ਮਾੜਾ ਲੱਗੇ ਤੇ ਗੱਠਜੋੜ ਕਰਨ ਵਾਲਿਆਂ ਨੂੰ ਵੀ। ਜੰਮੂ ਕਸ਼ਮੀਰ 'ਚ PDP, ਮਹਾਰਾਸ਼ਟਰ, ਉਸ ਤੋਂ ਬਾਅਦ ਪੰਜਾਬ, ਸ਼੍ਰੋਮਣੀ ਅਕਾਲੀ ਦਲ। ਕੀ ਕੈਪਟਨ ਸਾਹਿਬ ਨੇ ਗੱਠਜੋੜ ਕਰ ਲਿਆ ਕਿ ਤੁਹਾਨੂੰ ਲੱਗਦਾ ਕਿ ਇਹ ਰਿਸ਼ਤਾ ਨਿਭ ਜਾਏਗਾ? ਦੇਖੋ ਇਹ ਤਾਂ ਵਕਤ ਦੀਆਂ ਗੱਲਾਂ ਦੇ ਤਾਂ ਵਕਤ ਦੱਸੇਗਾ ਕਿ ਨਿਭਦਾ ਕੀ ਕਿਹਦਾ ਕੀ ਨਿਭਦਾ ਕੀ ਨਹੀਂ। ਉਹ ਹੁਣ ਅੱਜ ਮੈਂ ਕਿਸੇ ਤੇ ਕਮੈਂਟ ਨਹੀਂ ਕਰ ਸਕਦਾ। ਪਰ ਅਸੀਂ ਸਿੰਸੀਅਰਲੀ ਜਿੱਥੇ ਖੜ੍ਹੇ ਹਾਂ, ਚਾਹੇ ਕਿਸਾਨਾਂ ਨਾਲ ਖੜ੍ਹੇ, ਉਦੋਂ ਵੀ ਅਸੀਂ ਸਿੰਸੀਅਰਲੀ ਖੜ੍ਹੇ ਹਾਂ। ਜੇ ਸਾਡੀਆਂ ਗੱਲਾਂ ਮੈਂ ਦੇ ਕੇ ਆਇਆ, ਹੋਮ ਮਿਨਿਸਟਰ ਸਾਹਿਬ ਨੇ ਬਹੁਤ ਸਤਿਕਾਰ ਨਾਲ ਗੱਲਾਂ ਸਾਡੀਆਂ ਲਈਆਂ ਨੇ ਵੀ ਕੀ ਮੰਗਾਂ ਸਾਡੀਆਂ। ਉਹਦੇ 'ਚ ਕੁਛ ਮੰਗਾਂ ਅਸੀਂ ਰੱਖੀਆਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ। ਉਹਨਾਂ ਕਿਹਾ ਮੈਨੂੰ ਦੇ ਜਾਓ, ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਕਿਹੜੀਆਂ ਮੰਗਾਂ ਕਿਦੋਂ ਹੋ ਸਕਦੀਆਂ।
ਤੇ ਇਸ ਕਰਕੇ ਸਾਨੂੰ ਹੋਰ ਕੋਈ ਰਸਤਾ ਹੈ ਨਹੀਂ। ਔਰ ਸਾਡਾ ਫਿਰ ਨੰਬਰ 2 ਇਹ ਹੈ ਕਿ ਸਾਡਾ ਬਹੁਤ ਲੰਮਾ ਸਮਾਂ ਪਹਿਲਾਂ ਵੀ ਬੀਜੇਪੀ ਨਾਲ ਰਿਹਾ ਜੀ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਭਾਈਚਾਰਕ ਏਕਤਾ ਕਾਇਮ ਰਹੇ, ਪੰਜਾਬ ਦਾ ਮਾਹੌਲ ਠੀਕ ਰਹੇ। ਉਹ ਵੀ ਉਹਦੇ ਵਿੱਚ ਇਹ ਹੈ ਕਿ ਸਿੱਖ ਜਥੇਬੰਦੀ ਹੈ ਜਿਹੜੀ ਔਰ ਬੀਜੇਪੀ ਹੈ, ਉਹ ਜੇ ਇਕੱਠੇ ਚੱਲਣਗੇ ਤਾਂ ਪੰਜਾਬ ਦਾ ਮਾਹੌਲ ਵੀ ਠੀਕ ਰਹੇਗਾ। ਯਾਨੀ ਤੁਹਾਨੂੰ ਲੱਗਦਾ ਕਿ ਜਿਵੇਂ 1996 ਵਾਲੀ ਸਥਿਤੀ ਸੀਗੀ, 13 ਦਿਨ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਰਹੀ ਸੀ, ਉੱਦਾਂ ਜਿਹੜਾ ਰਿਸ਼ਤਾ ਉਹ ਬੀਜੇਪੀ ਨਾਲ ਤੁਸੀਂ ਨਿਭਾ ਸਕਦੇ ਹੋ ਕਿ ਜਿਹੜੀ ਪੰਥਕ ਸੋਚ ਦੀ ਤੁਸੀਂ ਗੱਲਾਂ ਕਹਿ ਕੇ ਆਏ ਸੀ ਕਿ ਅਕਾਲੀ ਦਲ ਡੈਮੋਕ੍ਰੈਟਿਕ ਜਿਹੜੀ ਤੁਸੀਂ ਜਥੇਬੰਦੀ ਬਣਾਈ, ਪਾਰਟੀ ਬਣਾਈ, ਤੇ ਬ੍ਰਹਮਪੁਰਾ ਸਾਹਿਬ ਵਾਪਿਸ ਹੋ ਗਏ, ਤੇ ਹੌਲੀ ਹੌਲੀ ਤੁਹਾਡੇ ਨਾਲ ਆਣਗੇ ਜਾਂ ਜਿਹੜੇ ਬਾਕੀ ਹੋ ਰਹਿ ਗਏ 2 ਉਹ ਵੀ ਚਲੇ ਜਾਣਗੇ? ਨਹੀਂ, ਸਾਡੇ ਨਾਲ ਤਾਂ ਉਹਨਾਂ ਦੇ ਬੰਦੇ ਤਾਂ ਗਏ ਹੀ ਨਹੀਂ ਨਾਲ ਉਹਨਾਂ ਦੇ। ਅੱਛਾ। ਉਹ ਤਾਂ 2-3 ਬੰਦੇ ਗਏ ਨੇ, ਹੋਰ ਤਾਂ ਕੋਈ ਗਏ ਹੀ ਨਹੀਂ ਉਹਨਾਂ ਨਾਲ। ਜਿਹੜੇ ਉਹਨਾਂ ਦੇ ਬੰਦੇ ਉਹਨਾਂ ਨਾਲ ਆਏ ਸੀਗੇ ਜੀ, ਕਿਉਂਕਿ ਉਹ ਸਾਰੇ ਪੰਥਕ ਸੋਚ ਦੇ ਬੰਦੇ ਆ। ਉਹਨਾਂ ਕਿਹਾ ਨਹੀਂ ਜੀ ਅਸੀਂ ਸਾਡਾ ਬਦਲਣਾ, ਕਿਉਂਕਿ ਕੋਈ ਚੇਂਜ ਹੀ ਨਹੀਂ ਆਈ। ਜਿੱਦਾਂ ਦੇਖੋ ਬ੍ਰਹਮਪੁਰਾ ਸਾਹਿਬ ਨੂੰ, ਉਹ ਤਾਂ ਉਹਨਾਂ ਦੀ, ਮੈਂ ਕਿਸੇ ਦੇ ਖਿਲਾਫ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਨਾ ਹੀ ਕਰਨਾ ਮੇਰਾ ਹੱਕ ਬਣਦਾ। ਉਹਨਾਂ ਨੂੰ ਪੁੱਛੋ ਵੀ ਕੋਈ ਬਦਲ ਦਲ 'ਚ ਕੋਈ ਚੇਂਜ ਆਈ ਹੈ? ਜਿਹੜੇ ਪਿੱਛੇ ਅਸੀਂ ਛੱਡ ਕੇ ਆਏ, ਜੇ ਤਾਂ ਉਹਦੇ 'ਚ ਕੋਈ ਚੇਂਜ ਆਈ ਹੈ ਠੀਕ ਹੈ, ਤੇ ਚੇਂਜ ਹੀ ਨਹੀਂ ਆਈ ਤੇ ਫਿਰ ਉਹਦੇ 'ਚ ਜਾਣਾ ਉਹਨਾਂ ਤੋਂ ਪੁੱਛ ਸਕਦੇ। ਉੱਥੇ ਮੈਂ ਨਹੀਂ ਕੁਛ ਉਹਦੇ ਬਾਰੇ ਕਹਿ ਸਕਦਾ। ਨਹੀਂ, ਖਬਰਾਂ ਲੱਗੀਆਂ ਕਿ ਮਾਝੇ ਦਾ ਜਰਨੈਲ ਵਾਪਸ ਆ ਗਿਆ ਤੇ ਉਧਰ ਮਜੀਠੀਆ ਸਾਹਿਬ ਗਾਇਬ ਨੇ, ਤੇ ਤੁਹਾਨੂੰ ਹੈ ਕੋਈ, ਕਿਉਂਕਿ ਤੁਸੀਂ ਤਾਂ ਲੰਬਾ ਟਾਈਮ ਸ਼੍ਰੋਮਣੀ ਅਕਾਲੀ ਦਲ ਚਲਾਏ ਰਹੇ ਨੇ, ਕਿ ਮਜੀਠੀਆ ਸਾਹਿਬ ਕਿੱਥੇ ਨੇ? ਮੈਂ ਉਹਦੇ ਬਾਰੇ ਕੀ ਕਹਿ ਸਕਦਾ ਜੀ? ਉਹ ਕਾਨੂੰਨ ਜਾਣੇ, ਮਜੀਠੀਆ ਸਾਹਿਬ ਜਾਣ। ਮੈਂ ਕਦੇ ਕਿਸੇ ਦੇ ਜਾਤੀ ਖਿਲਾਫ ਨਾ ਬੋਲਿਆ ਨਾ ਮੈਂ ਸਿਧਾਂਤਕ ਤੌਰ 'ਤੇ ਜਿਹੜੀਆਂ ਗੱਲਾਂ ਮੈਂ ਉਹ ਗੱਲ ਕਰਦਾ ਆਇਆ, ਅਤੇ ਇਸ ਕਰਕੇ ਮੈਂ ਕਦੇ ਵੀ ਜਾਤੀ ਨਹੀਂ। ਉਹ ਲਾਅ ਵਿਲ ਟੇਕ ਇਟਸ ਓਨ ਕੋਰਸ। ਉਹ ਤਾਂ ਲਾਅ ਨੇ ਆਪਣਾ ਰਸਤਾ ਅਖਤਿਆਰ ਕਰਨਾ, ਉਹਦੇ 'ਚ ਸਾਡਾ ਕੀ ਹੈ ਜੀ? ਅੱਛਾ ਢੀਂਡਸਾ ਸਾਹਿਬ, ਬਲੇਮ ਗੇਮ ਕਾਫੀ ਹੋ ਰਹੀ ਹੈ, ਚਾਹੇ ਬੇਅਦਬੀ ਦਾ ਮਸਲਾ ਹੋਵੇ, 2 ਘਟਨਾਵਾਂ ਫਿਰ ਸਾਹਮਣੇ ਆਈਆਂ। ਇੱਕ ਤਾਂ ਖੈਰ ਉਹ ਆਰੋਪ ਮਸਲਾ ਹੀ ਬਦਲ ਗਿਆ ਜਿਹੜਾ ਕਪੂਰਥਲਾ ਵਾਲਾ ਸੀ, ਲੇਕਿਨ ਇਹ ਜਿਹੜੇ ਆਰੋਪ ਬਲੇਮ ਗੇਮ ਚੱਲ ਰਹੀ ਆ ਵੀ ਜਦੋਂ ਅਕਾਲੀ ਭਾਜਪਾ ਵੇਲੇ ਦੀ ਸਰਕਾਰ ਸੀਗੀ ਤਾਂ ਬੇਅਦਬੀ ਹੋਈ, ਉਸ ਤੋਂ ਬਾਅਦ ਹੁਣ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਇੱਕ ਦੂਜੇ ਦੇ ਸਿਰ 'ਤੇ ਠੀਕਰਾ ਫੋੜ ਦੇਣਾ, ਇਨਸਾਫ ਦੀ ਗੱਲ ਕਰਨੀ ਆ ਲੇਕਿਨ ਇਨਸਾਫ ਮਿਲਣਾ ਨਹੀਂ, ਇਹ ਕਿੱਥੇ ਤੱਕ ਸਹੀ ਆ? ਤੇ ਚੁਣਾਵੀ ਮੁੱਦਾ ਇਹਨੂੰ ਬਣਾ ਲੈਣਾ, ਇਹ ਸਹੀ ਹੈ? ਕਿ ਦੇਖੋ ਮੇਰੀ ਗੱਲ ਸੁਣੋ, ਅਸੀਂ ਕਿਉਂ ਛੱਡਿਆ ਬਾਦਲ ਨੂੰ? ਅਸੀਂ ਕਿਹਾ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਲ ਬਹੁਤ ਲੰਮਾ ਸਮਾਂ ਅਸੀਂ ਰਿਹਾ ਔਰ ਬਹੁਤ ਨੇੜੇ ਰਿਹਾ, ਲੇਕਿਨ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਸੀਗੇ ਕਿ ਇਹਦਾ ਕੁਛ ਕੱਢੀਏ ਆਪਾਂ, ਉਹ ਕਹਿੰਦੇ ਸੀ ਮੈਂ ਸਿੱਟ ਬਣਾਤੀ ਹੈ, ਮੇਰੀ ਇਹ ਵੀ ਜ਼ਿੰਮੇਵਾਰੀ ਹੈ ਕਿ ਮੈਂ ਫੜੂੰਗਾ ਵੀ ਅਤੇ ਮੈਂ ਉਹਦਾ ਇਨਸਾਫ ਵੀ ਦੇਵਾਂਗਾ। ਅਸੀਂ ਇਨਸਾਫ ਮੰਗਦੇ ਸੀ, ਅਸੀਂ ਕਿਸੇ 'ਤੇ ਨਹੀਂ ਕਿਹਾ ਵੀ ਉਹਦਾ ਅਸਲੀ ਮੁਲਜ਼ਮ ਕੌਣ ਹੈ, ਉਹਦਾ ਫੜ ਕੇ ਉਹਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਕਿਉਂਕਿ ਉਹ ਇਸ ਤਰ੍ਹਾਂ ਦੀ ਬੇਅਦਬੀ ਹੋਈ ਜਿਹਦੀ ਕਦੇ ਵੀ ਕੋਈ ਸਿੱਖ ਵੀ, ਕਿ ਜਿਹੜਾ ਵੀ ਇਨਸਾਨ ਹੈ, ਸਿੱਖ ਛੱਡੋ, ਜਿਹੜਾ ਧਰਮ ਨੂੰ ਨਾਲ ਇਨਸਾਨ ਹੈ ਉਹ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਇਸ ਤਰ੍ਹਾਂ ਫਿਰ ਕੈਪਟਨ ਸਾਹਿਬ ਨੇ ਕਿਹਾ ਜਦੋਂ ਸਰਕਾਰ ਬਣੀ, ਉਹਨਾਂ ਨੇ ਵੀ ਕੋਈ ਨਹੀਂ ਕੀਤਾ, ਹੁਣ ਚੰਨੀ ਸਾਹਿਬ ਨੇ ਵੀ ਕੁਛ ਨਹੀਂ ਕੀਤਾ। ਅਸੀਂ ਚਾਹੁੰਦੇ ਹਾਂ ਵੀ ਇਨਸਾਫ ਹੋ ਜਾਏ, ਪਤਾ ਲੱਗੇ, ਤਾਂ ਕਿ ਕੋਈ ਅੱਗੇ ਤੋਂ ਕਿਸੇ ਦੀ ਹਿੰਮਤ ਨਾ ਪਵੇ ਕਿ ਉਹ ਇਸ ਤਰ੍ਹਾਂ ਦੇ ਆ। ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਇਕੱਲੇ ਸਿੱਖਾਂ ਦੀ, ਚਾਹੇ ਕੱਲ੍ਹ ਨੂੰ ਕੋਈ ਮੰਦਿਰ 'ਚ ਵੀ ਕਰ ਸਕਦਾ, ਕੱਲ੍ਹ ਨੂੰ ਕੋਈ ਮਸਜਿਦ ਵੀ ਕਰ ਸਕਦਾ, ਕੱਲ੍ਹ ਨੂੰ ਕੋਈ ਚਰਚ 'ਚ ਵੀ ਕਰ ਸਕਦਾ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਕੋਈ ਐਸੀ ਹੱਦ ਲੱਭੀ ਜਾਵੇ ਜਿੱਥੇ ਮੁੜ ਕੇ ਕੋਈ ਵੀ ਕਿਸੇ ਧਾਰਮਿਕ ਗ੍ਰੰਥ ਦੀ ਜਾਂ ਧਾਰਮਿਕ ਜਗ੍ਹਾ ਦੀ ਬੇਅਦਬੀ ਨਾ ਕਰ ਸਕੇ। ਨਹੀਂ, ਦੂਜੀ ਗੱਲ ਕਿ ਇਹ ਬੇਅਦਬੀ ਨਹੀਂ ਕਿ ਬਾਰ-ਬਾਰ ਚੁਣਾਵੀ ਮੁੱਦਾ ਬਣਾ ਲੈਣਾ ਜਾਂ ਬਾਰ-ਬਾਰ ਹਰ ਇੱਕ ਸਟੇਜ 'ਤੇ ਕਹਿਣਾ ਕਿ ਅਸੀਂ ਇਨਸਾਫ ਦਿਵਾਵਾਂਗੇ, ਅਤੇ ਇਨਸਾਫ ਦਿਵਾ ਕੇ ਲੋਕਾਂ ਦੇ ਇਮੋਸ਼ਨ ਨਾਲ ਖੇਡਣਾ, ਕੀ ਉਹ ਬੇਅਦਬੀ ਨਹੀਂ? ਲੇਕਿਨ ਬਿਲਕੁਲ ਠੀਕ ਹੈ, ਇਹ ਕਹਿਣਾ ਫਿਰ ਕਰਨਾ ਨਾ, ਇਹ ਤਾਂ ਹੋਰ ਵੀ ਬੇਅਦਬੀ, ਇਹ ਓਡੀ ਵੱਧ ਬੇਅਦਬੀ ਇਹ ਵੀ ਹੈ। ਇਸ ਕਰਕੇ ਇਹਨੂੰ ਮੁੱਦਾ ਪੋਲੀਟੀਕਲ ਮੁੱਦਾ ਨਹੀਂ ਹੈ, ਇਹ ਸਮਾਜਿਕ ਮੁੱਦਾ ਹੈ, ਇਹ ਧਾਰਮਿਕ ਮੁੱਦਾ ਹੈ, ਇਹ ਸਾਰਿਆਂ ਦਾ ਇੱਕੋ ਜਿਹਾ ਮੁੱਦਾ ਹੈ। ਇਹਦੇ 'ਚ ਕੋਈ ਖਾਸ ਸਪੈਸੀਫਿਕ ਪਾਰਟੀ ਦਾ ਮੁੱਦਾ ਨਹੀਂ ਹੈ। ਇਸ ਕਰਕੇ ਉਹਨੂੰ ਮੁੱਦਾ ਬਣਾਉਣਾ, ਰਾਜਨੀਤਿਕ ਮੁੱਦਾ ਬਣਾਉਣਾ ਗਲਤ ਕੰਮ ਹੈ। ਤੇ ਕਿਸਾਨਾਂ ਨੇ ਵੀ ਪਾਰਟੀ ਬਣਾਤੀ, ਕਹਿੰਦੇ 117 ਦੀਆਂ ਵਿਧਾਨ ਸਭਾ ਸੀਟਾਂ ਤੇ ਅਸੀਂ ਪੰਜਾਬ ਦੀਆਂ ਤੇ ਲੜਾਂਗੇ। ਦੂਜੇ ਪਾਸੇ ਨਰਿੰਦਰ ਸਾਹਿਬ ਦਾ ਇੱਕ ਬਿਆਨ ਆਇਆ, ਉਸ ਬਿਆਨ ਨੂੰ ਉਹਨਾਂ ਨੇ ਤਾਂ ਹੁਣ ਸਪਸ਼ਟੀਕਰਨ ਦੇਤਾ ਕਿ ਉਹਨੂੰ ਘੁਮਾ ਫਿਰਾ ਕੇ ਦੱਸਿਆ ਜਾ ਰਿਹਾ। ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਸ 'ਤੇ ਕਿਸਾਨਾਂ ਨੇ ਕਿਹਾ ਕਿ ਜੇਕਰ ਤੁਸੀਂ ਇੱਕ ਕਦਮ ਪਿੱਛੇ ਹਟਿਓ ਤਾਂ ਸਾਨੂੰ ਵੀ ਦਿੱਲੀ ਦੀਆਂ ਬਰੂਹਾਂ 'ਤੇ ਵਾਪਸ ਪਰਤਣ ਨੂੰ ਟਾਈਮ ਨਹੀਂ ਲੱਗਣਾ। ਤਾਂ ਇਹੋ ਜਿਹੀ ਸਥਿਤੀ ਬਣ ਜਾਂਦੀ ਹੈ ਤਾਂ ਕਿਵੇਂ ਬੀਜੇਪੀ ਨਾਲ ਨਿਭੇਗੀ ਤੁਹਾਡੀ? ਨਹੀਂ, ਜੇ ਅਸੀਂ ਤਾਂ ਕਿਸਾਨਾਂ ਵਾਲੇ ਮਸਲੇ 'ਤੇ ਤਾਂ ਸਾਡਾ ਬੀਜੇਪੀ ਨਾਲ ਪਹਿਲਾਂ ਟਕਰਾ ਰਿਹਾ ਹੈ ਔਰ ਹੁਣ ਬੀਜੇਪੀ ਨੇ ਹੱਲ ਕਰ ਦਿੱਤੇ, ਅਤੇ ਤਾਂ ਹੀ ਅਸੀਂ ਬੀਜੇਪੀ ਨਾਲ ਗਿਆ ਔਰ ਬੀਜੇਪੀ ਨੇ ਹੀ ਲਿਆਂਦੇ ਸੀ, ਬੀਜੇਪੀ ਨੇ ਹੀ ਕਦਮ ਕੀਤੇ ਨੇ ਬਿੱਲ।
ਚਲੋ ਇਹ ਤਾਂ ਹੁਣ ਬੀਜੇਪੀ ਵਾਲੇ ਹੀ ਦੇਖਣਗੇ ਕਿ ਪੰਜਾਬ ਦੇ ਵਿੱਚ ਜੋ ਸਥਿਤੀਆਂ ਬਣ ਰਹੀਆਂ ਨੇ ਸਿਆਸੀ ਤੌਰ ਤੇ 20 ਸੂਬੇ ਦੀਆਂ ਚੋਣਾਂ ਨੂੰ ਲੈ ਕੇ, ਲੇਕਿਨ ਦੂਜੇ ਪਾਸੇ ਬਲੇਮ ਗੇਮ ਚੱਲ ਰਹੀ ਆ। ਉਹ ਮੈਂ ਸਟਾਰਟਿੰਗ ਤੇ ਕਹਿਣਾ ਆ ਰਿਹਾ, ਤੇ ਬਾਦਲਾਂ ਦੀਆਂ ਬੱਸਾਂ ਦਾ ਰੌਲਾ ਕਾਫੀ ਪੈਂਦਾ। 2017 ਦੇ ਚੋਣਾਂ ਤੋਂ ਪਹਿਲਾਂ ਜਿਹੜੀ ਹਰੀਕੇ ਪਤਨ ਬੱਸ ਸੀਗੀ ਉਹਦਾ ਰੌਲਾ ਪੈਂਦਾ ਰਿਹਾ, ਤੇ ਹੁਣ ਟਰਾਂਸਪੋਰਟ ਮਿਨਿਸਟਰ ਕਾਫੀ ਤੱਤੇ ਹੋਏ ਫਿਰਦੇ ਨੇ, ਤੇ ਇੰਨਾ ਵੇਲਾ ਕੋਈ ਕਾਰਵਾਈ ਨਹੀਂ ਹੋਈ, ਤੇ ਹੁਣ ਜਾ ਕੇ ਕਾਰਵਾਈ ਹੋਣੀ। ਕੀ ਇਹ ਸਹੀ ਆ ਜਾਂ ਇਹ ਵੀ ਸਿਰਫ ਚੁਣਾਵੀ ਸਟੰਟ ਆ? ਨਹੀਂ, ਇਹ ਦੁੱਖ ਤਾਂ ਇਸੇ ਚੀਜ਼ ਦਾ। ਦੇਖੋ, ਇੱਕ ਚੀਜ਼ ਜਿਹੜੇ ਨੇ ਕਿਸੇ ਨੇ ਕੋਈ ਐਕਸ਼ਨ ਕੀਤਾ ਉਹਦਾ ਉਹਨੂੰ ਕ੍ਰੈਡਿਟ ਦੇਣਾ ਚਾਹੀਦਾ ਜੀ। ਰਾਜਾ ਵੜਿੰਗ ਨੇ ਕੀਤਾ, ਜੀ। ਬਹੁਤ ਗਲਤ ਬੱਸਾਂ ਚੱਲਦੀਆਂ ਸੀ, ਜੀ। ਬਹੁਤ ਲੋਕਾਂ ਦੇ ਬਿਨਾਂ ਪਰਮਿਟ ਤੋਂ ਬੱਸਾਂ ਚੱਲਦੀਆਂ ਸੀ। ਔਰ ਮੈਨੂੰ ਇੱਕੋ ਹੀ ਦੱਸ ਦਿਓ ਕਿ ਅਸੀਂ ਪਾਰਟੀ 'ਚ ਵੀ ਬੈਠ ਕੇ ਕਹਿੰਦੇ ਰਹੇ ਕਿ ਸੁਖਵੀਰ ਦੀਆਂ ਇੰਨੀਆਂ ਬੱਸਾਂ ਇੱਕੋ ਲਖਤ ਕਿਵੇਂ ਬਣ ਗਈਆਂ ਜੀ ਰਾਜ ਪ੍ਰਬੰਧ 'ਚ। ਅਗਰ ਜੇ ਕੋਈ ਉਹਦੇ 'ਚ ਇਨਸਾਫ ਦੀ ਮੰਗ ਹੈ, ਅਸੀਂ ਇਹ ਨਹੀਂ ਕਹਿੰਦੇ ਕਿਸੇ ਜਾਤੀ ਤੌਰ 'ਤੇ ਕਿਸੇ ਦੇ ਸੁਖਵੀਰ 'ਤੇ ਕੋਈ ਜਾਤੀ ਮੈਂ ਕਹਿਣ ਲੱਗਿਆ। ਜੇ ਇੱਕ ਬੰਦਾ ਹੀ ਬੱਸਾਂ ਨੂੰ ਲੈ ਕੇ ਲੋਕਾਂ ਨੂੰ ਕਰੀ ਜਾਵੇ ਅਤੇ ਸਾਰੇ ਪੰਜਾਬ 'ਚ ਦਿੱਲੀ 'ਚ ਵੀ ਉਸੇ ਦੀਆਂ ਬੱਸਾਂ ਚੱਲਣ, ਅਤੇ ਇਹ ਕੁਦਰਤੀ ਹੈ ਕਿ ਇਹਦੇ ਲਈ ਇਨਸਾਫ ਦੀ ਤਾਂ ਮੰਗ ਹੈਗੀ ਹੈ। ਤੇ ਦੂਜੇ ਪਾਸੇ ਹੁਣ ਹੌਲੀ ਹੌਲੀ ਮੈਂ ਬਾਕੀਆਂ ਪਾਰਟੀਆਂ ਤੇ ਵੀ ਆਊਂਗਾ, ਕਿਉਂਕਿ ਚੋਣ ਹਫ਼ਤਾ ਮਹੀਨਾ ਕਹਿ ਦਈਏ, 1 ਕਿ 2 ਮਹੀਨੇ ਨੇ, ਫਰਵਰੀ 'ਚ ਚੋਣਾਂ ਹੋਣ ਵਾਲੀਆਂ ਨੇ। ਤੇ ਢੀਂਡਸਾ ਸਾਹਿਬ, ਆਮ ਆਦਮੀ ਕੌਣ ਆ? ਕਿ ਆਮ ਆਦਮੀ ਉਹ ਆ ਜਿਹੜਾ ਜੀ ਰੋਜ਼ ਸਵੇਰੇ ਉੱਠ ਕੇ ਦਿਹਾੜੀ ਲਗਾ ਰਿਹਾ, ਜਾਂ ਉਹ ਸਿਆਸਤਦਾਨ ਨੇ ਜਿਹੜੀਆਂ ਸਿਆਸੀ ਰੋਟੀਆਂ ਸਟੇਜਾਂ ਤੇ ਖੜ੍ਹ ਕੇ ਸੇਕ ਰਹੇ ਨੇ ਤੇ ਕਹਿ ਰਹੇ ਨੇ ਅਸੀਂ ਆਮ ਆਦਮੀ ਆ, ਤੇ ਆਮ ਆਦਮੀ ਦੀ ਜਿਹੜੀ ਛਵੀ ਆ ਉਹਨੂੰ ਆਪਣੇ ਆਪਣੇ ਢੰਗ ਨਾਲ ਜਿਹੜੇ ਨੇ ਬਿਆਨ ਕਰ ਰਹੇ ਨੇ। ਕੀ ਕੁਝ ਬਿਆਨ ਆਏ ਨੇ ਸਿਆਸੀ ਲੀਡਰਾਂ ਦੇ, ਮੈਂ ਕਹਿਣਾ ਨਹੀਂ ਚਾਹੂੰਗਾ, ਕਈਆਂ ਨੂੰ ਬੁਰੇ ਵੀ ਲੱਗ ਜਾਂਦੀਆਂ ਮੇਰੀਆਂ ਗੱਲਾਂ, ਤੇ ਇਹੋ ਦੇ ਵਿੱਚ ਆਮ ਆਦਮੀ ਦੀ ਸਥਿਤੀ ਕਿੱਥੇ ਦੇਖਦੇ ਹੋ? ਦੇਖੋ, ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਇਹ ਲੋਕਾਂ ਨੂੰ ਪਤਾ ਵੀ ਕੌਣ ਹੈ ਜੀ। ਇਹ ਫੈਸਲਾ ਕਰਨਾ ਲੋਕਾਂ ਨੇ ਇਲੈਕਸ਼ਨ 'ਤੇ ਜੀ। ਹਰੇਕ ਆਦਮੀ ਕਹਿੰਦਾ ਮੈਂ ਆਮ ਆਦਮੀ ਪਾਰਟੀ ਹਾਂ, ਕੋਈ ਕਹਿੰਦਾ ਮੇਰੀ ਪਾਰਟੀ ਆਮ ਆਦਮੀ ਨੇ। ਉਹ ਤਾਂ ਲੋਕਾਂ ਨੇ ਦੱਸਣਾ ਹੈ। ਪਿਛਲੀ ਵਾਰੀ ਵੀ ਇਹਨਾਂ ਨੇ ਕਿਹਾ ਸੀ ਨਾ ਵੀ ਸਾਡੀ ਤਾਂ ਸਰਕਾਰ ਬਣੀ ਪਈ ਹੈ, ਅਸੀਂ ਤਾਂ 101 ਸੀਟਾਂ ਜਿੱਤਾਂਗੇ, ਪਰ ਲੋਕਾਂ ਨੇ ਸਮਝਿਆ ਵੀ ਆਮ ਆਦਮੀ ਪਾਰਟੀ ਨਹੀਂ ਆਉਣਾ, ਅਤੇ ਉਹਨਾਂ ਨੂੰ ਨਹੀਂ ਜਿਤਾਇਆ। ਜੀ। ਤੇ ਚੰਨੀ ਸਾਹਿਬ ਵੀ ਤਾਂ ਕਹਿੰਦੇ ਨੇ ਕਿ ਆਮ ਆਦਮੀ ਮੈਂ। ਅਤੇ ਚੰਨੀ ਸਾਹਿਬ ਵੀ ਆਮ ਆਦਮੀ ਪਾਰਟੀ ਕਹਿੰਦੇ ਨੇ, ਲੇਕਿਨ ਜੋ ਲੋਕ ਉਹਨਾਂ ਬਾਰੇ ਦੱਸਦੇ ਨੇ ਉਹ ਵੱਖਰੀ ਗੱਲ ਹੈ। ਅਤੇ ਇਸ ਕਰਕੇ ਚੰਨੀ ਸਾਹਿਬ ਨੂੰ ਵੀ ਇਲੈਕਸ਼ਨ 'ਚ ਹੀ ਪਤਾ ਲੱਗੂ ਵੀ ਆਮ ਆਦਮੀ ਪਾਰਟੀ ਲੋਕ ਉਹਨੂੰ ਸਮਝਦੇ ਨੇ ਕਿ ਉਹਨਾਂ ਨੂੰ ਕਿ ਨਹੀਂ ਸਮਝਦੇ। ਅੱਛਾ। ਤੇ ਕਾਂਗਰਸ ਦਾ ਕਾਟੋ ਕਲੇਸ਼ ਤੁਸੀਂ ਵੀ 2018 'ਚ ਦੇਖਿਆ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ, ਅਤੇ ਕੀ ਇਹਦਾ 2022 ਤੋਂ ਪਹਿਲਾਂ ਨਿਪਟਾਰਾ ਹੋ ਜਾਏਗਾ ਜਾਂ ਹੋਰ ਵਧੇਗਾ? ਕਿਹੜਾ? ਕਾਂਗਰਸ ਦੇ ਵਿੱਚ ਜਿਹੜਾ ਕਾਟੋ ਕਲੇਸ਼ ਚੱਲ ਰਿਹਾ। ਦੇਖੋ, ਇਹ ਉਹਨਾਂ ਦੀ ਪਾਰਟੀ ਦਾ। ਦੇਖੋ, ਉਹ ਕਾਟੋ ਕਲੇਸ਼ ਮੈਨੂੰ ਮੁੱਕਦਾ ਨਜ਼ਰ ਨਹੀਂ ਆਉਂਦਾ, ਪਰ ਮੈਂ ਕਿਸੇ ਪਾਰਟੀ ਦੂਜੀ ਵਾਰੀ ਕਮੈਂਟ ਕਰਾਂ ਮੁਨਾਸਿਬ ਨਹੀਂ ਬਹੁਤਾ, ਅਤੇ ਪਰ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਮੈਨੂੰ ਮੁੱਕਦਾ ਨਜ਼ਰ ਨਹੀਂ ਆਉਂਦਾ। ਅਤੇ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਕਾਂਗਰਸ ਦੇ ਪ੍ਰਧਾਨ ਦੀ? ਕਿਉਂਕਿ ਸਿਆਸੀ ਸਫ਼ਰ ਤੁਸੀਂ ਵੀ ਦੇਖਿਆ, ਇੰਨਾ ਵਰ੍ਹਿਆਂ ਦਾ ਦੇਖਿਆ, ਅਤੇ ਦੂਜੇ ਪਾਸੇ ਨਵੇਂ ਸੀਐਮ ਨੇ, 3 ਕੁ ਮਹੀਨੇ ਹੋਏ ਨੇ, ਅਤੇ ਇਸ ਕਾਰਜਕਾਲ ਨੂੰ ਉਹਨਾਂ ਨੂੰ ਕਿਵੇਂ ਦੇਖਦੇ ਹੋ ਜਿਹੜੇ ਉਹਨਾਂ ਨੇ ਕੰਮ ਕਰੇ ਨੇ? ਦੇਖੋ, ਗੱਲ ਇਹ ਹੈ, ਉਹਨਾਂ ਨੇ ਬੜੇ ਅਨਾਊਂਸ ਕੀਤੀ ਹੈ ਜੀ, ਪਰ ਅਨਾਊਂਸਮੈਂਟ ਹੀ ਰਹਿ ਜਾਣਗੀਆਂ। ਗੱਲ ਤਾਂ ਇਹ ਵੀ ਕੀ ਉਹਨਾਂ ਨੇ ਕੋਈ ਪਾਰਟੀ ਦੱਸੇ, ਬੜੇ ਇੱਕ ਦੂਜੇ ਦੇ ਉੱਪਰ ਦੀ ਕਹਿ ਰਹੇ ਨੇ ਕਿ ਮੈਂ ਆਹ ਦੇ ਦੂੰਗਾ ਮੇਰੀ ਸਰਕਾਰ ਬਣ ਗਈ, ਮੈਂ ਆਹ ਦੇ ਦੂੰਗਾ ਮੇਰੀ ਸਰਕਾਰ ਬਣ ਗਈ, ਆਹ ਬਣ ਗਈ, ਅਤੇ ਲੇਕਿਨ ਪੈਸੇ ਤਾਂ ਇਹ ਤਾਂ ਦੱਸ ਨਹੀਂ ਰਿਹਾ ਕੋਈ ਵੀ ਕਿੱਥੋਂ ਆਉਣਗੇ। ਪਹਿਲਾਂ ਤਾਂ 3 ਲੱਖ ਕਰੋੜ ਤੋਂ ਉੱਪਰ ਕਰਜ਼ਾ ਹੈ, ਉਹਦਾ ਨਹੀਂ ਦੱਸ ਰਹੇ ਕਿ ਉਹਨੂੰ ਕਿਵੇਂ ਮੋੜਾਂਗੇ। ਫਿਰ ਕਿੱਥੋਂ ਪੈਸਾ ਆਊਗਾ ਜਿਹੜਾ ਤੁਸੀਂ ਨਵੇਂ ਦੇ ਰਹੇ ਹੋ? ਇਹ ਮੈਂ ਸਮਝਦਾ ਇਹਦੇ 'ਚ ਇਹ ਗੱਲਾਂ ਲੋਕ ਸਮਝਦੇ ਨੇ, ਹੁਣ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਕਿ ਉਹ ਸਮਝਦੇ ਨਹੀਂ। ਅਤੇ ਕੇਜਰੀਵਾਲ ਸਾਹਿਬ ਕਹਿੰਦੇ ਜੀ ਮੈਂ 1000 ਰੁਪਈਆ ਦੇਊਂਗਾ ਔਰਤਾਂ ਨੂੰ। ਉਹਨੂੰ ਪੁੱਛੋ ਦਿੱਲੀ 'ਚ ਕਿੰਨੇ ਕੁ ਦਿੱਤੇ ਜੀ? ਦਿੱਲੀ 'ਚ ਦਿੱਤੇ ਉਹਨਾਂ ਨੇ, ਹਾਲਾਂਕਿ ਦਿੱਲੀ ਕੋਲ ਤਾਂ ਪੈਸਾ ਵੀ ਬਹੁਤ ਹੈ, ਦਿੱਲੀ ਕੋਲ ਤਾਂ ਕੋਈ ਕਰਜ਼ਾ ਵੀ ਨਹੀਂ ਦਿੱਲੀ ਦੇ ਜੁਮੇ ਦਾ। ਚਲੋ, ਮੈਂ ਕਿਸੇ ਪਾਰਟੀ ਦੇ ਬਾਰੇ ਕਹਾਂ ਠੀਕ ਨਹੀਂ, ਮੁਨਾਸਬ ਨਹੀਂ, ਲੇਕਿਨ ਉਹ ਲੋਕਾਂ ਨੇ ਦੱਸਣਾ ਹੈ ਕਿ ਕਿਹੜੀ ਪਾਰਟੀ ਨੂੰ ਆਮ ਆਦਮੀ ਪਾਰਟੀ ਸਮਝਦੇ ਆ, ਕਿਹੜੇ ਕੈਂਡੀਡੇਟ ਨੂੰ ਆਮ ਕੈਂਡੀਡੇਟ ਸਮਝਦੇ ਆ, ਔਰ ਕਿਹੜੀ ਪਾਰਟੀ ਦੇ ਹੱਕ 'ਚ ਲੋਕ ਜਾਂਦੇ ਨੇ, ਉਹ ਵਕਤ ਦੱਸੇਗਾ। ਤੇ ਵਕਤ ਤੇ ਚਲੋ ਗੱਲਾਂ ਛੱਡ ਦਿੰਦੇ ਹਾਂ, ਲੇਕਿਨ ਸਿਆਸੀ ਜਿਹੜੀ ਇਸ ਵੇਲੇ ਗੁੰਝਲਾਂ ਪਈਆਂ ਨੇ ਪੰਜਾਬ ਦੇ ਵਿੱਚ, ਤੁਹਾਨੂੰ ਲੱਗਦਾ ਕਿ ਸਰਕਾਰ ਕਿਹਦੀ ਬਣੇਗੀ? ਇੱਕ ਆਮ ਬੰਦੇ ਦੇ ਤੌਰ ਤੇ ਪੁੱਛ ਰਹੇ। ਸਰਕਾਰ ਇੱਕ ਪਾਰਟੀ ਦੀ ਕਿਸੇ ਦਿਨ ਬਣਦੀ, ਇਹ ਮੈਂ ਅੱਜ ਵੀ ਕਹਿਣਾ, ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ, ਇੱਕ ਪਾਰਟੀ ਦੀ ਸਰਕਾਰ ਨਹੀਂ ਬਣੇਗੀ। ਯਾਨੀ ਬਹੁਮਤ ਆਉਣਾ ਔਖਾ ਮੁਸ਼ਕਿਲ ਲੱਗਦਾ ਹੈ ਜੀ, ਬਾਕੀ ਲੋਕਾਂ ਦੇ ਹੱਥ 'ਚ ਹੈ ਜੀ। ਤੇ ਤੁਸੀਂ ਜਦ ਬੀਜੇਪੀ ਨਾਲ ਗੱਠਜੋੜ ਦੀ ਗੱਲ ਕਹਿ ਰਹੇ ਹੋ ਤਾਂ ਕਿੰਨੀਆਂ ਸੀਟਾਂ ਦੀ ਮੰਗ ਕਰੋਗੇ? ਨਹੀਂ, ਕੋਈ
ਸੀਟਾਂ ਦੀ ਗੱਲ ਨਹੀਂ ਬਣੀ, ਅਸੀਂ ਜਿਹੜੀ ਮੇਰੀ ਗੱਲ ਹੋ ਚੁੱਕੀ ਹੈ ਜਿੰਨੀ ਕੁ ਹੋਈ ਹੈ, ਅਜੇ ਸਾਡੀ ਗੱਲ ਮੁੱਕੀ ਤਾਂ ਹੈ ਨਹੀਂ, ਜੀ ਲੇਕਿਨ ਸਾਡੀ ਜਿਹੜੀ ਗੱਲ ਹੋਈ ਹੈ ਉਹ ਵਿਨਿੰਗ ਕੈਂਡੀਡੇਟ ਕੋਈ ਵੀ ਹੋਵੇ, ਕਿਸੇ ਪਾਰਟੀ ਦਾ ਵੀ ਹੋਵੇ, ਜੀ ਕੈਪਟਨ ਸਾਹਿਬ ਦਾ ਹੋਵੇ, ਸਾਡਾ ਹੋਵੇ, ਬੀਜੇਪੀ ਦਾ ਹੋਵੇ, ਜਿਹੜਾ ਵਿਨਿੰਗ ਕੈਂਡੀਡੇਟ ਨਜ਼ਰ ਆਊਗਾ ਉਹ ਕਰਾਂਗੇ, ਚਾਹੇ ਕਿਸੇ ਪਾਰਟੀ ਦਾ ਹੋਵੇ। ਤੇ ਦੂਜੇ ਪਾਸੇ ਇੱਕ ਬੜਾ ਅਹਿਮ ਤੇ ਤਾਜ਼ਾ ਮਸਲਾ ਲੁਧਿਆਣਾ ਬਲਾਸਟ ਹੋਇਆ। ਦੇਖੋ ਬਲਾਸਟ ਹੋਇਆ, ਪੁਲਿਸ ਆਪਣੀ ਕਾਰਵਾਈ ਕਰ ਰਹੀ ਆ, ਲੇਕਿਨ ਜਿੰਨੀਆਂ ਵੀ ਵਿਰੋਧੀ ਧਿਰਾਂ ਨੇ ਸਾਰੀਆਂ ਕਹਿ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਕਰਕੇ ਹੋਇਆ, ਸਿੱਧੂ ਸਿਰ ਠੀਕਰਾ ਫੋੜਤਾ, ਕਿ ਪਾਕਿਸਤਾਨ ਨਾਲ ਇਹਦੀ ਦੋਸਤੀ ਆ, ਤੇ ਸਿਆਸੀ ਤੌਰ ਤੇ ਇਹ ਇਲਜ਼ਾਮ ਲਗਾਉਣਾ ਇੱਕ ਵਿਅਕਤੀ ਤੇ ਵਿਅਕਤੀਗਤ ਤੌਰ ਤੇ ਕੀ ਸਹੀ ਨੇ? ਨਹੀਂ, ਗਲਤ ਨੇ। ਕਿਸੇ ਤੇ ਜਿੰਨਾ ਚਿਰ ਸਾਬਤ ਨਾ ਹੋ ਜਾਏ ਉਹਦੇ ਇਲਜ਼ਾਮ ਲਾਉਣਾ ਬਿਲਕੁਲ ਗਲਤ ਹੈ, ਕਿਸੇ ਤੇ ਵੀ ਗਲਤ ਲਾਉਣਾ। ਜੀ ਕਈ ਗੱਲਾਂ ਸਿੱਧੂ ਸਾਹਿਬ ਦੀਆਂ ਬਹੁਤ ਠੀਕ ਨੇ, ਜੀ ਚਾਹੇ ਉਹ ਅੱਜ ਉਹ ਪਾਰਟੀ ਵਾਲੇ ਨਹੀਂ ਉਹਨੂੰ ਸਮਝਦੇ, ਪਰ ਕਈ ਗੱਲਾਂ 'ਚ ਉਹ ਠੀਕ ਵੀ ਗੱਲ ਕਰਦੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਸਾਰੀਆਂ ਗੱਲਾਂ ਉਹ ਠੀਕ ਕਰਦੇ ਨੇ, ਪਰ ਕਈ ਗੱਲਾਂ ਹੁੰਦੀਆਂ ਨੇ ਉਹਨਾਂ ਦੀ ਠੀਕ ਵੀ ਨੇ। ਉਹ ਕਹਿੰਦੇ ਜੇ ਸਰਕਾਰ ਤੁਹਾਡੀ ਬਣੀ ਹੈ, ਦੁਬਾਰਾ ਫੇਰ ਬਣੀ ਹੈ, ਤੇ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਨੇ, ਤੇ ਫਿਰ ਉਹਦਾ ਇਨਸਾਫ ਵੀ ਦਿਓ, ਉਹ ਗੱਲ ਉਹਨਾਂ ਦੀ ਠੀਕ ਹੈ। ਤੇ ਇੱਕ ਸਿੱਧੂ ਸਾਹਿਬ ਮੈਂ ਇਹੋ ਜਿਹੇ ਲੀਡਰ ਦੇਖੇ ਨੇ ਕਿ ਜਿਹੜੇ ਆਪਣੇ ਹੀ ਪਾਰਟੀ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲ ਦਿੰਦੇ ਨੇ, ਕੀ ਇਹ ਕਦਮ ਸਹੀ ਆ? ਦੇਖੋ ਇਹ ਤਾਂ ਹੁਣ ਉਹਨਾਂ ਤੋਂ ਪੁੱਛੋ, ਮੈਂ ਥੋੜ੍ਹਾ ਕਹਿ ਸਕਦਾ। ਨਹੀਂ, ਵਿਅਕਤੀਗਤ ਤੌਰ ਤੇ ਪੁੱਛ ਰਿਹਾ ਮੈਂ ਵਿਅਕਤੀਗਤ ਤੌਰ ਤੇ ਮੈਂ ਕਿਸੇ ਤੇ ਪਾਰਟੀ ਤੇ ਨਾ ਮੈਂ ਕਿਸੇ ਇੰਡੀਵਿਜੂਅਲ ਤੇ ਕੋਈ ਕਮੈਂਟ ਨਹੀਂ ਕਰਨਾ। ਚਲੋ ਢੀਂਡਸਾ ਸਾਹਿਬ, ਕਾਫੀ ਮਸਲੇ ਨੇ, ਤੇ ਕੀ ਲੱਗਦਾ ਕਿ ਚੋਣਾਂ ਤੋਂ ਪਹਿਲਾਂ SYL ਤੇ ਬੇਅਦਬੀ ਦਾ ਮਸਲਾ ਹੱਲ ਹੋ ਜਾਏਗਾ ਜਾਂ ਅੱਗੇ ਨੂੰ ਮੇਰਾ ਨਹੀਂ ਖਿਆਲ ਵੀ, ਮੈਨੂੰ ਨਜ਼ਰ ਨਹੀਂ ਆ ਰਿਹਾ ਤੇ ਹੱਲ ਹੋਈ, ਕਿਉਂਕਿ ਫਿਰ ਕੋਡ ਆਫ ਕੰਡਕਟ ਲੱਗ ਜਾਣਾ ਹਫ਼ਤੇ 10 ਦਿਨ ਤੱਕ, ਫਿਰ ਤਾਂ ਸਾਰਿਆਂ ਨੇ ਕਹਿੰਦੇ ਹੱਥ ਖੜੇ ਕਰ ਦੇਣ ਵੀ ਕੋਡ ਆਫ ਕੰਡਕਟ ਲੱਗ ਗਿਆ। ਜੀ ਮੈਨੂੰ ਨਹੀਂ ਲੱਗਦਾ ਵੀ 8 ਦਿਨਾਂ 'ਚ, ਹਫ਼ਤੇ 2 ਹਫ਼ਤਿਆਂ 'ਚ ਇਹ ਮਸਲਾ ਹੱਲ ਹੋਏਗਾ। ਜੀ ਚਲੋ, ਢੀਂਡਸਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ, ਆਪਣਾ ਕੀਮਤੀ ਵੇਲਾ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਵੀਰ ਤੁਹਾਡਾ, ਧੰਨਵਾਦ ਤੁਹਾਡਾ ਕਿ ਤੁਸੀਂ ਆਏ ਤੇ ਮੇਰੇ ਨਾਲ ਵਿਚਾਰ ਸਾਂਝੇ ਕੀਤੇ, ਬਹੁਤ ਧੰਨਵਾਦ ਤੁਹਾਡਾ। ਤੇ ਢੀਂਡਸਾ ਸਾਹਿਬ ਨੇ ਵੀ ਸਾਨੂੰ ਦੱਸ ਹੀ ਦਿੱਤਾ ਕਿ ਗੱਲ ਸ਼ਾਇਦ ਸਿਰੇ ਚੜ੍ਹ ਸਕਦੀ ਹੈ ਬੀਜੇਪੀ ਨਾਲ ਗੱਠਜੋੜ ਦੀ, ਪਰ ਵੇਖਣ ਵਾਲੀ ਗੱਲ ਹੋਏਗੀ ਕਦੋਂ ਇਹ ਜਿਹੜਾ ਵੇਲਾ ਆਂਦਾ। ਮੈਂ ਸੁਨੀਲ ਕੁਮਾਰ, ਕੈਮਰਾਮੈਨ ਅਮਿਤ ਦੇ ਨਾਲ, ਜਗਬਾਣੀ TV, ਚੰਡੀਗੜ੍ਹ।